ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਪੰਜਾਬ ਮੇਲ USA TV। ਮੈਂ ਬਰੁਣ ਕੌਰ ਮਾਨ। ਖਬਰਾਂ ਦੀ ਬੁਲੇਟਿਨ 'ਚ ਤੁਹਾਡਾ ਸਵਾਗਤ। ਪੇਸ਼ ਨੇ ਪਹਿਲਾਂ ਚੋਣਵੀਆਂ ਖਬਰਾਂ। ਅੰਮ੍ਰਿਤਸਰ ਤੋਂ ਵੈਨਕੂਵਰ ਦਾ ਹਵਾਈ ਸਫ਼ਰ ਹੋਇਆ ਸੁਖਾਲਾ। ਸਿੰਗਾਪੁਰ 에ਅਰ ਸਕੂਟ ਤੇ ਜਾਓ ਕੈਨੇਡਾ ਅਤੇ ਅਮਰੀਕਾ। ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਨੇ ਅੰਮ੍ਰਿਤਸਰ ਤੋਂ ਉਡਾਣਾਂ ਦੇ ਵਿਸਥਾਰ ਲਈ ਸਕੂਟ ਨੂੰ ਕੀਤੀ ਅਪੀਲ। ਰੁਪਏ ਵਿੱਚ ਇਤਿਹਾਸਕ ਗਿਰਾਵਟ, ਪਹਿਲੀ ਵਾਰ 80 ਰੁਪਏ ਪ੍ਰਤੀ ਡਾਲਰ ਦੇ ਪੱਧਰ ਤੇ ਡਿੱਗਿਆ। ਵਿਜ਼ਟਰ ਵੀਜ਼ਾ ਤੇ ਕੈਨੇਡਾ ਆਏ ਪਰ ਕੰਮ ਕਰ ਰਹੇ ਪ੍ਰਵਾਸੀਆਂ ਨੂੰ ਮੁਲਕ ਛੱਡਣ ਦੇ ਹੁਕਮ। ਅਮਰੀਕਾ 'ਚ ਭਾਰਤੀ ਵਿਦਿਆਰਥੀਆਂ ਲਈ ਪੜ੍ਹਨਾ ਹੋਇਆ ਸੌਖਾ। ਭਾਰਤ ਵਿੱਚ ਮੰਕੀ ਪੌਕਸ ਦਾ ਦੂਜਾ ਕੇਸ ਮਿਲਣ ਤੋਂ ਬਾਅਦ ਕੇਂਦਰ ਚੌਕਸ, ਹਵਾਈ ਅੱਡਿਆਂ ਅਤੇ ਬੰਦਰਗਾਹਾਂ ਤੇ ਸਕਰੀਨਿੰਗ ਲਈ ਦਿੱਤੇ ਗਏ ਨਿਰਦੇਸ਼। ਐਲਨ ਮਸਕ ਨੇ ਟਵਿੱਟਰ ਦੇ CEO ਨੂੰ ਦਿੱਤੀ ਧਮਕੀ, ਡੀਲ ਖਤਮ ਕਰਨ ਦੇ ਬਾਅਦ ਕੀਤੇ ਮੈਸੇਜ। ਖਬਰ ਅਮਰੀਕਾ ਤੋਂ ਹੈ। ਆਸਮਾਨ ਵਿੱਚ ਦੋ ਜਹਾਜ਼ਾਂ ਦੀ ਭਿਆਨਕ ਟੱਕਰ ਕਾਰਨ 4 ਲੋਕਾਂ ਦੀ ਹੋਈ ਹੈ ਮੌਤ। ਅਮਰੀਕਾ ਦੇ ਹਿਊਸਟਨ ਵਿੱਚ ਬਹਿਸਬਾਜ਼ੀ ਮਗਰੋਂ ਗੋਲੀਬਾਰੀ, 4 ਮੁੰਡਿਆਂ ਦੀ ਮੌਤ। ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ ਤੇ ਕੁਝ ਹੋਰ ਖਬਰਾਂ। ਵਿਸ਼ਵ ਦੀ ਸਰਬ ਉੱਤਮ ਮੰਨੀ ਜਾਣ ਵਾਲੀ ਹਵਾਈ ਕੰਪਨੀ ਸਿੰਗਾਪੁਰ 에ਅਰਲਾਈਨ ਨੇ ਆਪਣੀ ਭਾਈਵਾਲ ਘੱਟ ਕਿਰਾਏ ਵਾਲੀ 에ਅਰਲਾਈਨ ਫਲਾਈ ਸਕੂਟ ਨਾਲ ਮਿਲ ਕੇ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਨੂੰ ਸਿੰਗਾਪੁਰ ਰਾਹੀਂ ਲੱਖਾਂ ਪੰਜਾਬੀਆਂ ਦੀ ਕਰਮ ਭੂਮੀ ਜਾਨੀ ਦੂਜਾ ਪੰਜਾਬ ਕੈਨੇਡਾ ਦੇ ਸ਼ਹਿਰ ਵੈਨਕੂਵਰ ਵਾਲੇ ਹਵਾਈ ਅੱਡੇ ਨਾਲ ਜੋੜ ਦਿੱਤਾ ਹੈ। ਅੰਮ੍ਰਿਤਸਰ ਤੋਂ ਟੋਰਾਂਟੋ ਜਾਂ ਵੈਨਕੂਵਰ ਲਈ ਸਿੱਧੀਆਂ ਉਡਾਣਾਂ ਦੀ ਮੰਗ ਅਜੇ ਭਾਵੇਂ ਪੂਰੀ ਨਹੀਂ ਹੋਈ, ਪਰ ਵੈਨਕੂਵਰ ਜਾਣ ਵਾਲੇ ਪੰਜਾਬੀਆਂ ਨੂੰ ਦਿੱਲੀ ਦੀ ਖੱਜਲ ਖੁਆਰੀ ਤੋਂ ਬਚ ਕੇ ਹਵਾਈ ਸਫ਼ਰ ਸੁਖਾਲਾ ਕਰਨ ਦੀਆਂ ਕੋਸ਼ਿਸ਼ਾਂ ਤੋਂ ਜ਼ਰੂਰ ਬੂਰ ਪੈ ਰਿਹਾ ਹੈ। ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਅਭਿਆਨ ਦੇ ਗਲੋਬਲ ਕਨਵੀਨਰ ਅਤੇ ਅੰਮ੍ਰਿਤਸਰ ਵਿਕਾਸ ਮੰਚ ਦੇ ਓਵਰਸੀਜ਼ ਸਕੱਤਰ ਸਮੀਪ ਸਿੰਘ ਗੁਮਟਾਲਾ ਨੇ ਇਸ ਸੰਬੰਧੀ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਆਸਟ੍ਰੇਲੀਆ ਅਤੇ ਅੰਮ੍ਰਿਤਸਰ ਵਿਚਾਲੇ ਸਿੰਗਾਪੁਰ ਰਾਹੀਂ ਹਵਾਈ ਸੰਪਰਕ ਮੁੜ ਜੁੜਨ ਤੋਂ ਬਾਅਦ ਸਿੰਗਾਪੁਰ 에ਅਰਲਾਈਨ ਤੇ ਇਸ ਦੀ ਭਾਈਵਾਲੀ ਸਕੂਟ ਹੁਣ ਅੰਮ੍ਰਿਤਸਰ ਨੂੰ ਕੈਨੇਡਾ ਦੇ ਵੈਨਕੂਵਰ ਦੇ ਨਾਲ-ਨਾਲ ਅਮਰੀਕਾ ਦੇ ਸਾਨ ਫਰਾਂਸਿਸਕੋ, ਸਿਆਟਲ ਅਤੇ ਲਾਸ ਏਂਜਲਸ ਦੇ ਹਵਾਈ ਅੱਡਿਆਂ ਨਾਲ ਵੀ ਜੁੜਦੀ ਹੈ। ਇਸ ਨਾਲ ਅੰਮ੍ਰਿਤਸਰ ਤੋਂ ਅੰਤਰਰਾਸ਼ਟਰੀ ਹਵਾਈ ਸੰਪਰਕ ਨੂੰ ਹੋਰ ਹੁਲਾਰਾ ਮਿਲਿਆ ਹੈ। ਉਹਨਾਂ ਨੇ ਅੱਗੇ ਕਿਹਾ ਕਿ ਸਿੰਗਾਪੁਰ 에ਅਰਲਾਈਨ ਨੇ ਸਾਲ 2004 ਤੋਂ 2009 ਤੱਕ ਅੰਮ੍ਰਿਤਸਰ ਉਡਾਣਾਂ ਚਲਾਈਆਂ ਸਨ, ਜਿਨ੍ਹਾਂ ਵਿੱਚੋਂ ਵੈਨਕੂਵਰ ਅਤੇ ਲਾਸ ਏਂਜਲਸ ਵਾਲੀਆਂ ਉਡਾਣਾਂ ਪੰਜਾਬੀਆਂ ਵਿੱਚ ਬਹੁਤ ਮਕਬੂਲ ਸਨ। ਫਿਰ 2009 ਵਿੱਚ ਦੁਨੀਆ ਭਰ ਵਿੱਚ ਆਈ ਵਪਾਰਕ ਮੰਦੀ ਕਾਰਨ ਸਿੰਗਾਪੁਰ 에ਅਰ ਨੇ ਵੈਨਕੂਵਰ ਅਤੇ ਅੰਮ੍ਰਿਤਸਰ ਦੋਵਾਂ ਰੂਟਾਂ ਤੇ ਉਡਾਣਾਂ ਮੁਅੱਤਲ ਕਰ ਦਿੱਤੀਆਂ ਸਨ। ਹੁਣ ਸਿੰਗਾਪੁਰ 에ਅਰਲਾਈਨ ਵੱਲੋਂ ਉੱਤਰੀ ਅਮਰੀਕਾ ਦੇ ਪੱਛਮੀ ਤੱਟ ਲਈ ਸਿੱਧੀਆਂ ਉਡਾਣਾਂ ਸ਼ੁਰੂ ਕਰਨ ਦੇ ਨਾਲ-ਨਾਲ ਅੰਮ੍ਰਿਤਸਰ ਇੱਕ ਵਾਰ ਫਿਰ ਸਿੰਗਾਪੁਰ ਰਾਹੀਂ ਇਹਨਾਂ ਮੰਜ਼ਲਾਂ ਨਾਲ ਸਿੱਧਾ ਜੁੜ ਗਿਆ ਹੈ। ਉਡਾਣਾਂ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਉਹਨਾਂ ਨੇ ਕਿਹਾ ਕਿ ਅੰਮ੍ਰਿਤਸਰ ਤੋਂ ਸਕੂਟ ਦੀ ਉਡਾਣ ਸ਼ਾਮ 7:40 ਤੇ ਰਵਾਨਾ ਹੁੰਦੀ ਹੈ ਅਤੇ ਸਥਾਨਕ ਸਮੇਂ ਅਨੁਸਾਰ ਸਵੇਰੇ 4:05 ਤੇ ਸਿੰਗਾਪੁਰ ਪਹੁੰਚਦੀ ਹੈ। ਲਗਭਗ 2 ਘੰਟੇ 55 ਮਿੰਟ ਦੀ ਛੋਟੀ ਮਿਆਦ ਦੇ ਨਾਲ ਯਾਤਰੀ ਸਵੇਰੇ 7 ਵਜੇ ਰਵਾਨਾ ਹੋਣ ਵਾਲੀ ਸਿੰਗਾਪੁਰ 에ਅਰਲਾਈਨ ਦੀ ਉਡਾਣ ਨਾਲ ਜੁੜਦੇ ਨੇ ਅਤੇ ਅਗਲੀ ਸਵੇਰ 6:45 ਤੇ ਵੈਨਕੂਵਰ ਪਹੁੰਚਦੇ ਨੇ। ਇਸ ਨਾਲ ਉਹਨਾਂ ਦੀ ਯਾਤਰਾ ਦੀ ਮਿਆਦ ਕੇਵਲ 23 ਘੰਟੇ 35 ਮਿੰਟ ਹੈ ਅਤੇ ਉਹਨਾਂ ਨੂੰ ਦਿੱਲੀ ਜਾਣ ਦੀ ਖੱਜਲ ਖੁਆਰੀ ਨਹੀਂ ਚੱਲਣੀ ਪੈਂਦੀ। ਸਕੂਟ ਤੇ ਸਿੰਗਾਪੁਰ 에ਅਰ ਵੈਨਕੂਵਰ, ਅਮਰੀਕਾ ਤੇ ਆਸਟ੍ਰੇਲੀਆ ਤੋਂ ਵਾਪਸ ਅੰਮ੍ਰਿਤਸਰ ਲਈ ਸਿੰਗਾਪੁਰ ਵਿੱਚ ਲੰਬਾ ਸਮਾਂ ਇੰਤਜ਼ਾਰ ਕਰਨ ਦੇ ਸਮੇਂ ਨੂੰ ਘੱਟ ਕਰੇ, ਜਿਵੇਂ ਕਿ ਇਸ ਸਮੇਂ ਵੈਨਕੂਵਰ ਤੋਂ ਅੰਮ੍ਰਿਤਸਰ ਜਾਣ ਲਈ ਯਾਤਰੀਆਂ ਨੂੰ ਸਿੰਗਾਪੁਰ ਵਿੱਚ ਲਗਭਗ 20 ਘੰਟੇ ਦੇ ਲੰਬੇ ਸਮੇਂ ਲਈ ਰੁਕਣਾ ਪੈਂਦਾ ਹੈ। ਗੁਮਟਾਲਾ ਨੇ ਦੱਸਿਆ ਕਿ ਸਾਨੂੰ ਆਸਟ੍ਰੇਲੀਆ ਤੋਂ ਵੀ ਪੰਜਾਬੀ ਇਹ ਬੇਨਤੀ ਕਰ ਰਹੇ ਨੇ ਕਿ ਅੰਮ੍ਰਿਤਸਰ ਤੋਂ ਜਦੋਂ ਵੀ ਇਹਨਾਂ ਮੁਲਕਾਂ ਨੂੰ ਆਇਦਾ ਹੈ ਤਾਂ ਸਿੰਗਾਪੁਰ ਵਿਖੇ ਕੇਵਲ 2 ਤੋਂ 4 ਘੰਟੇ ਹੀ ਰੁਕਣਾ ਪੈਂਦਾ ਹੈ, ਪਰ ਆਸਟ੍ਰੇਲੀਆ ਤੋਂ ਵਾਪਸੀ ਵੇਲੇ 8 ਤੋਂ 12 ਘੰਟੇ ਰਾਹ ਵਿੱਚ ਰੁਕਣਾ ਪੈਂਦਾ ਹੈ। ਉਹ ਹਵਾਈ ਸਫ਼ਰ ਲਈ ਅੰਮ੍ਰਿਤਸਰ ਜਾਣ ਨੂੰ ਤਰਜੀਹ ਦਿੰਦੇ ਨੇ, ਪਰ ਇਸ ਨਾਲ ਉਹਨਾਂ ਦਾ ਸਫ਼ਰ ਬਹੁਤ ਲੰਬਾ ਹੋ ਜਾਂਦਾ। ਸਾਨੂੰ ਉਮੀਦ ਹੈ ਕਿ 에ਅਰਲਾਈਨਸ ਉੱਤਰੀ ਅਮਰੀਕਾ, ਖਾਸ ਤੌਰ ਤੇ ਵੈਨਕੂਵਰ ਤੋਂ ਪੰਜਾਬ ਜਾਣ ਵਾਲੇ ਸਫ਼ਰ ਤੇ ਸੁਵਿਧਾਜਨਕ ਸੰਪਰਕ ਦੇਗੀ, ਜਿਸ ਲਈ ਉਹ ਉਡਾਣਾਂ ਦੇ ਸਮੇਂ 'ਚ ਬਦਲਾਅ ਕਰੇਗੀ। ਮੰਗਲਵਾਰ 19 ਜੁਲਾਈ ਨੂੰ ਭਾਰਤ ਰੁਪਈਆ ਪਹਿਲੀ ਵਾਰ 80 ਰੁਪਏ ਪ੍ਰਤੀ ਡਾਲਰ ਦੇ ਪੱਧਰ ਤੱਕ ਡਿੱਗਿਆ। ਇਹ ਰੁਪਏ ਦਾ ਹੁਣ ਤੱਕ ਦਾ ਸਭ ਤੋਂ ਹੇਠਲਾ ਪੱਧਰ ਹੈ। ਜਿਸ ਤਰ੍ਹਾਂ ਪਿਛਲੇ ਕੁਝ ਦਿਨਾਂ ਤੋਂ ਰੁਪਏ 'ਚ ਲਗਾਤਾਰ ਗਿਰਾਵਟ ਦੇਖਣ ਨੂੰ ਮਿਲ ਰਹੀ ਸੀ, ਉਸ ਤੋਂ ਬਾਅਦ ਇਹ ਖਦਸ਼ਾ ਲਗਭਗ ਭਰੋਸੇ ਵਿੱਚ ਬਦਲ ਗਿਆ ਕਿ ਰੁਪਈਆ 80 ਡਾਲਰ ਨੂੰ ਪਾਰ ਕਰ ਜਾਏਗਾ। ਪਿਛਲੇ ਸੈਸ਼ਨ ਵਿੱਚ ਰੁਪਈਆ 79.97 ਰੁਪਏ ਪ੍ਰਤੀ ਡਾਲਰ ਤੇ ਬੰਦ ਹੋਇਆ ਸੀ। ਇਸ ਦੇ ਮੁਕਾਬਲੇ 79.98 ਡਾਲਰ ਪ੍ਰਤੀ ਰੁਪਏ ਦੀ ਕੀਮਤ ਤੇ ਖੁੱਲਿਆ। ਹਾਲਾਂਕਿ ਇਸ ਤੋਂ ਤੁਰੰਤ ਬਾਅਦ 80.5 ਰੁਪਏ ਤੇ ਆ ਗਿਆ। 80.5 ਦੇ ਪੱਧਰ ਨੂੰ ਛੂਹਣ ਤੋਂ ਬਾਅਦ ਰੁਪਈਆ 79.93-94 ਰੁਪਏ ਪ੍ਰਤੀ ਡਾਲਰ ਤੇ ਕਾਰੋਬਾਰ ਕਰ ਰਿਹਾ। ਇਸ ਸਮੇਂ ਦੌਰਾਨ ਅਮਰੀਕੀ ਡਾਲਰ ਪਿਛਲੇ ਇੱਕ ਹਫ਼ਤੇ ਦੇ ਹੇਠਲੇ ਪੱਧਰ ਤੋਂ ਥੋੜਾ ਉੱਪਰ ਦਰਜ ਹੋ ਰਿਹਾ ਸੀ। ਜੇਕਰ ਪਿਛਲੇ ਸੈਸ਼ਨ ਦੀ ਗੱਲ ਕਰੀਏ ਤਾਂ ਸੋਮਵਾਰ ਨੂੰ ਅੰਤਰ ਬੈਂਕ
विदेशी मुद्रा बाजार विच अमेरिकी मुद्रा के मुकाबले रुपया 16 पैसे की गिरावट नाल 79.98 रुपए प्रति डॉलर ते बंद होया। व्यापार दौरान थोड़े समय लिए 80 रुपए प्रति डॉलर के मनोविग्यानक हेठले पद्धर ते चला गया। बाजार सूत्रां दा कहना है कि रुपए विच गिरावट कच्चे तेल दीयां कीमतां च वाधे अते बाजार चों विदेशी पूंजी दे लगातार बाहर जाण कारण हुई है। सोमवार नूं लोक सभा विच एक लिखती जवाब विच वित्त मंत्री निर्मला सीतारमन ने कहा कि रिजर्व बैंक के अंकड़े अनुसार 31 दिसंबर 2014 की दर के मुकाबले रुपए विच 25% की गिरावट आई है। 31 दिसंबर 2014 नूं डॉलर के मुकाबले रुपया 63.33 सी, जो कि 11 जुलाई 2022 नूं 79.41 रुपए प्रति डॉलर दर्ज किया गया। ये 25% तक की गिरावट है। मंत्री ने कहा कि अमेरिकी डॉलर के मुकाबले भारतीय रुपए विच गिरावट के पिछे कई ग्लोबल कारक जिवें कि रूस यूक्रेन विवाद, कच्चे तेल दीयां कीमतां च वाधा, दबाव विच चल रहीआं आर्थिक स्थितियां हालत शामिल ने। विजिटर वीज़ा ते कनेडा आउण मगरों काम कर रहे सैकड़े प्रवासियों नूं तुरंत मुल्क छड्डण दे हुक्म दिते गए ने। कनेडा बॉर्डर सर्विसेज एजेंसी की पड़ताल दौरान सामने आया कि ठेके ते रखे विदेशी कामे वाजब दस्तावेज़ां तो बगैर काम कर रहे सन अते इन्हां नूं एक टैंपरेरी एजेंसी वालों काम ते रखा गया। सीवीसी वालों प्रकाशित रिपोर्ट विच प्रवासियों के नाम जनतक नहीं किए गए, पर इन्हां ने अपनी पूरी कहानी बयान कर दी। एल्बर्टा के लोक लुइस इलाके विच सब तो वध प्रवासी फड़े गए जिन्हां कोल कोई वर्क परमिट नहीं सी। अमेरिका विच भारतीय विद्यार्थियों लिए पढ़ना दिन ब दिन मुश्किल होंदा जा रहा, क्योंकि रुपए की कीमत डॉलर के मुकाबले लगातार डिगदी जा रही है, जिस कारण भारतीय विद्यार्थियों को अमेरिकी यूनीवर्सिटीज़ विच पढ़न लई ज़्यादा पैसा खर्च करना होएगा। इस दे चलदिआं जिहड़े विद्यार्थी ज़्यादा खर्च चुकण दे समर्थ नहीं होणगे, उन्हां दा अमेरिका विच पढ़ाई करन दा सुपना टुट सकता है। मजबूरन उन्हां नूं उस देश दा रुख करना पै सकदा है जिथे अमेरिका नालों पढ़ाई सस्ती होवे। एक पासे वित्तीय संस्थावां नूं लगदा है कि ये चिंतावां सच ने अते विद्यार्थियों नूं पढ़ाई लई वड्डे कर्ज लैण दी लोड़ पै सकदी है। दूजे पासे विदेश विच रहण वाले सिੱਖਿਆ सलाहकारां दा कहना है कि उन्हां विद्यार्थियों नूं इन्नी चिंता करन दी लोड़ नहीं है जो पढ़ाई पूरी करन मगरों अमेरिका विच काम करन दी योजना बना रहे ने। भारत विच मंकी पॉक्स का दूजा मामला सामने आने तो बाद भारत की केंद्र सरकार चौकस हो गई है। केंद्र ने अंतरराष्ट्रीय हवाई अड्डे और बंदरगाहां ते पॉइंट्स ऑफ एंट्री दियां सेहत गतिविधियां की समीक्षा करने लई एक समीक्षा मीटिंग की। केंद्र सरकार ने हवाई अड्डियां ते बंदरगाहां ते स्क्रीनिंग के निर्देश दिते तां जो मंकी पॉक्स के मरीजों की पछाण करके समय सिर इलाज किया जा सके। मीटिंग विच हवाई अड्डा और बंदरगाहां के सेहत अधिकारी और खेतरी दफ्तरां के खेतरी निर्देशक शामिल हुए। सेहत और परिवार भलाई मंत्रालय ने कहा कि राज्यां हवाई अड्डियां और बंदरगाहां ते सेहत अधिकारियों को सलाह दी गई है कि वह सारे अंतरराष्ट्रीय यात्रियों की सेहत जांच नूं यकीनी बनाउण तां जो मंकी पॉक्स बीमारी के जोखम नूं घट किया जा सके। केंद्रीय सेहत मंत्रालय द्वारा मंकी पॉक्स बीमारी के क्लीनिकल प्रबंधन और इलाज की सलाह दी गई है। नाल ही अंतरराष्ट्रीय बंदरगाहां और हवाई अड्डियां ते इमीग्रेशन वर्गियां होर एजेंसियां नाल तालमेल करन दी सलाह दी गई है। इस तो इलावा यह यकीनी बनाउण दे नाल कि जेकर कोई संक्रमित पाया जाता है तो समय सिर रैफरल और आइसोलेशन लई बंदरगाह ते हवाई अड्डे लई मनोनीत हस्पताल सहूलतां मौजूद होण। टेस्ला के मालक एलन मस्क ते ट्विटर विच लगातार विवाद वधदा जा रहा। ट्विटर डील के कैंसल होने तो पहला मस्क ने ट्विटर के सीईओ पराग अग्रवाल नूं धमकी भरिया मैसेज भेजिया सी। मस्क ने पराग नूं कहा सी कि उन्हां दे वकील फाइनैंशियल स्टेटमेंट मंगण दे बाद परेशानी खड़ी कर रहे ने। मस्क ने लिखा कि तुहाडे वकील इस गलबात का इस्तेमाल परेशानी खड़ी करने लई कर रहे ने, इन्हां सारिआं नूं रोकण दी लोड़ है। दरअसल मस्क ने मैसेज तक भेजिया सी जदों ट्विटर के वकील ने उन्हां तो पुछया सी कि 44 अरब डॉलर की रकम कित्थों लिआउणगे। दूजे पासे डील कैंसल होने के बाद ट्विटर ने एलन मस्क खिलाफ अमेरिका के डेलावेयर कोर्ट विच मुकदमा दायर किया है। ट्विटर चाहता है कि 54.20 डॉलर प्रति शेयर के हिसाब नाल जो डील हुई है मस्क उसनूं पूरा करे। मस्क ने इस मुकदमे तो बाद ट्विटर का नाम लए बिना एक ट्वीट किया। इस विच उन्होंने लिखा, जरा तरासदी देखो। एलन मस्क ने 44 बिलियन डॉलर विच ट्विटर खरीदण का ऐलान किया सी। बाद विच उन्होंने डील कैंसल कर दी सी। उन्होंने दोष लगाया सी कि ट्विटर ने हुण तक फर्जी ते स्पैम अकाउंट की गिणती जानकारी नहीं दी। मस्क ने इस डील नूं कैंसल करने के बाद एक ट्वीट किया सी। इस विच उन्होंने 4 इमेज लगाई सी कि एक तरह तो डील का मजाक उड़ाया गया सी। अमेरिका विच उत्तरी लॉस वेगास हवाई अड्डे नेड़े आसमान विच 2 जहाज़ों की टक्कर विच घट्टो घट्ट 4 लोगों की मौत हो गई है।
ਉੱਤਰੀ ਲਾਸ ਵੇਗਾਸ ਦੇ ਫਾਇਰ ਵਿਭਾਗ ਨੇ ਟਵੀਟ ਕੀਤਾ। ਐਤਵਾਰ ਦੁਪਹਿਰ 12 ਵਜੇ ਦੇ ਕਰੀਬ 2 ਜਹਾਜ਼ ਅਸਮਾਨ ਵਿੱਚ ਟਕਰਾ ਗਏ। ਇਸ ਹਾਦਸੇ ਵਿੱਚ 4 ਲੋਕਾਂ ਦੀ ਮੌਤ ਹੋ ਗਈ। ਹਾਦਸੇ ਦੀ ਜਾਂਚ ਜਾਰੀ ਹੈ। ਸ਼ੁਰੂਆਤੀ ਜਾਣਕਾਰੀ ਤੋਂ ਪਤਾ ਲੱਗਾ ਹੈ ਕਿ ਪਾਈਪਰ PH-40 ਉਤਰਨ ਦੀ ਤਿਆਰੀ ਕਰ ਰਿਹਾ ਸੀ ਜਦੋਂ ਇਹ ਸੇਸਨਾ 172 ਨਾਲ ਟਕਰਾ ਗਿਆ। ਕੁਝ ਟੀਵੀ ਚੈਨਲਾਂ ਨੇ ਫੈਡਰਲ ਐਵੀਏਸ਼ਨ ਐਡਮਿਨਿਸਟ੍ਰੇਸ਼ਨ ਦਾ ਹਵਾਲਾ ਦਿੰਦੇ ਹੋਏ ਦੱਸਿਆ ਕਿ ਪਾਈਪਰ ਰਨਵੇ 30 ਰਾਈਟ ਦੇ ਪੂਰਬ ਵਿੱਚ ਇੱਕ ਖੇਤਰ ਵਿੱਚ ਕ੍ਰੈਸ਼ ਹੋ ਗਿਆ ਅਤੇ ਸੇਸਨਾ ਇੱਕ ਤਲਾਬ ਵਿੱਚ ਡਿੱਗ ਗਿਆ। ਦੋਹਾਂ ਜਹਾਜ਼ਾਂ ਵਿੱਚ ਕ੍ਰਮਵਾਰ 2-2 ਲੋਕ ਸਵਾਰ ਸਨ। ਕਲਾਰਕ ਕਾਉਂਟੀ ਡਿਪਾਰਟਮੈਂਟ ਆਫ ਐਵੀਏਸ਼ਨ ਨੇ ਕਿਹਾ ਕਿ ਹਾਦਸੇ ਵਿੱਚ ਕੋਈ ਵੀ ਨਹੀਂ ਬਚਿਆ। FAA ਅਤੇ ਨੈਸ਼ਨਲ ਟਰਾਂਸਪੋਰਟੇਸ਼ਨ ਸੇਫਟੀ ਬੋਰਡ ਨੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਅਤੇ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਹਾਦਸੇ ਦਾ ਕਾਰਨ ਕੀ ਹੈ। ਹਿਊਸਟਨ ਵਿੱਚ ਇੱਕ ਅਪਾਰਟਮੈਂਟ ਕੰਪਲੈਕਸ ਵਿੱਚ ਬਹਿਸਬਾਜ਼ੀ ਦੌਰਾਨ ਹੋਈ ਗੋਲਾਬਾਰੀ ਵਿੱਚ 4 ਮੁੰਡਿਆਂ ਦੀ ਮੌਤ ਹੋ ਗਈ ਹੈ। ਅਧਿਕਾਰੀਆਂ ਨੇ ਇਸ ਦੀ ਜਾਣਕਾਰੀ ਦਿੱਤੀ ਹੈ। ਦਾ ਹੈਰਿਸ ਕਾਉਂਟੀ ਸ਼ੈਰਿਫ ਦੇ ਦਫ਼ਤਰ ਨੇ ਕਿਹਾ ਕਿ ਜਦੋਂ ਅਧਿਕਾਰੀ ਘਟਨਾ ਸਥਾਨ ਤੇ ਪਹੁੰਚੇ ਤਾਂ ਉਹਨਾਂ ਨੂੰ ਉੱਥੇ 4 ਮੁੰਡਿਆਂ ਦੀਆਂ ਲਾਸ਼ਾਂ ਮਿਲੀਆਂ ਜਿਨ੍ਹਾਂ ਨੂੰ ਸ਼ਨੀਵਾਰ ਦੇਰ ਰਾਤ ਗੋਲੀ ਮਾਰੀ ਗਈ ਸੀ। ਉਹਨਾਂ ਨੇ ਦੱਸਿਆ ਕਿ 3 ਦੀ ਮੌਕੇ ਤੇ ਮੌਤ ਹੋ ਗਈ ਸੀ ਜਦਕਿ ਚੌਥੇ ਦੀ ਹਸਪਤਾਲ ਲਿਜਾਂਦੇ ਸਮੇਂ ਮੌਤ ਹੋ ਗਈ। ਸ਼ੈਰਿਫ ਐਂਡ ਗੌਨਲੇਜ਼ ਨੇ ਟਵਿੱਟਰ ਤੇ ਕਿਹਾ ਕਿ ਮਰਨ ਵਾਲਿਆਂ ਵਿੱਚੋਂ 2 ਦੀ ਉਮਰ 16 ਸਾਲ, ਇੱਕ 19 ਅਤੇ ਇੱਕ 25 ਸਾਲ ਦਾ ਸੀ। ਸ਼ੈਰਿਫ ਦੇ ਦਫ਼ਤਰ ਦੇ ਅਨੁਸਾਰ ਚਸ਼ਮਦੀਦਾਂ ਨੇ ਮਰਨ ਵਾਲਿਆਂ ਸਮੇਤ ਕਈ ਮੁੰਡਿਆਂ ਨੂੰ ਬਹਿਸਬਾਜ਼ੀ ਦੇ ਬਾਅਦ ਇੱਕ ਦੂਜੇ ਤੇ ਗੋਲੀਆਂ ਚਲਾਉਂਦੇ ਦੇਖਿਆ। ਸ਼ੈਰਿਫ ਦੇ ਦਫ਼ਤਰ ਨੇ ਘਟਨਾ ਨੇ ਪਿੱਛੇ ਕਿਹਾ ਹੈ ਕਿ ਮਕਸਦ ਦੋਸ਼ੀਆਂ ਬਾਰੇ ਕੋਈ ਜਾਣਕਾਰੀ ਨਹੀਂ ਹੈ। ਹਲੇ ਮਾਮਲੇ ਦੀ ਜਾਂਚ ਜਾਰੀ ਹੈ। ਰੂਸ ਅਤੇ ਯੂਕਰੇਨ ਵਿਚਾਲੇ 24 ਫਰਵਰੀ ਨੂੰ ਸ਼ੁਰੂ ਹੋਈ ਜੰਗ ਨੂੰ 5 ਮਹੀਨੇ ਹੋ ਚੁੱਕੇ ਨੇ ਪਰ ਨਾ ਤਾਂ ਇਹ ਖਤਮ ਹੁੰਦੀ ਨਜ਼ਰ ਆ ਰਹੀ ਹੈ ਨਾ ਹੀ ਇਸ ਦਾ ਕੋਈ ਹੱਲ ਨਿਕਲਦਾ ਨਜ਼ਰ ਆ ਰਿਹਾ। ਇਸ ਦੇ ਨਾਲ ਹੀ ਰੂਸ ਯੂਕਰੇਨ ਤੇ ਲਗਾਤਾਰ ਮਿਜ਼ਾਈਲੀ ਹਮਲੇ ਕਰ ਰਿਹਾ। ਯੂਕਰੇਨ ਵਿੱਚ ਹੁਣ ਤੱਕ 353 ਬੱਚਿਆਂ ਦੀ ਮੌਤ ਹੋ ਚੁੱਕੀ ਹੈ। ਇਸ ਦੇ ਨਾਲ ਹੀ 662 ਬੱਚੇ ਜ਼ਖਮੀ ਹੋ ਚੁੱਕੇ ਨੇ ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਸਭ ਤੋਂ ਜ਼ਿਆਦਾ 353 ਬੱਚਿਆਂ ਦੀ ਮੌਤ ਡੋਨੇਸਤਕ ਖੇਤਰ ਵਿੱਚ ਹੋਈ ਹੈ। ਖਾਰਕੀਵ ਵਿੱਚ 191 ਬੱਚਿਆਂ ਦੀ ਮੌਤ ਹੋਈ ਹੈ। ਕੀਵ ਵਿੱਚ 116 ਅਤੇ ਖੈਰਸਨ ਵਿੱਚ 52 ਬੱਚਿਆਂ ਦੀ ਮੌਤ ਹੋਈ ਹੈ। ਇਸ ਦੇ ਨਾਲ ਹੀ ਯੂਕਰੇਨ ਵੀ ਰੂਸ ਦੀ ਕਾਰਵਾਈ ਦਾ ਮੂੰਹ ਤੋੜ ਜਵਾਬ ਦੇ ਰਿਹਾ। ਯੂਕਰੇਨ ਨੇ ਪਿਛਲੇ 24 ਘੰਟਿਆਂ ਵਿੱਚ 160 ਤੋਂ ਵੱਧ ਰੂਸੀ ਸੈਨਿਕਾਂ ਨੂੰ ਮਾਰ ਦਿੱਤਾ। 17 ਜੁਲਾਈ ਤੱਕ ਯੂਕਰੇਨ ਨੇ 38,300 ਰੂਸੀ ਸੈਨਿਕਾਂ ਨੂੰ ਮਾਰਿਆ ਹੈ। ਰੂਸ ਅਤੇ ਯੂਕਰੇਨ ਵਿਚਾਲੇ 24 ਫਰਵਰੀ ਨੂੰ ਹੋਈ ਜੰਗ ਨੂੰ ਸ਼ੁਰੂ ਹੋਏ 5 ਮਹੀਨੇ ਤੋਂ ਹੋ ਚੁੱਕੇ ਨੇ। ਇਹ ਖਤਮ ਹੁੰਦੀ ਨਜ਼ਰ ਨਹੀਂ ਆ ਰਹੀ ਤੇ ਨਾ ਹੀ ਇਸ ਦਾ ਕੋਈ ਹੱਲ ਨਿਕਲਦਾ ਨਜ਼ਰ ਆ ਰਿਹਾ। ਸੋਮਵਾਰ ਨੂੰ ਰੂਸੀ ਸੈਨਿਕਾਂ ਨੇ ਸੂਮੀ ਖੇਤਰ ਵਿੱਚ 150 ਤੋਂ ਵੱਧ ਮਿਜ਼ਾਈਲਾਂ ਦਾਗੀਆਂ। ਯੂਕਰੇਨ ਦੇ ਫੌਜੀ ਅਧਿਕਾਰੀਆਂ ਨੇ ਦੱਸਿਆ ਕਿ ਰੂਸ ਨੇ ਸਵੇਰੇ 11:30 ਵਜੇ ਗੋਲੀਬਾਰੀ ਸ਼ੁਰੂ ਕੀਤੀ। ਇਹ ਨਹੀਂ ਹਲੇ ਤੱਕ ਪਤਾ ਲੱਗ ਸਕਿਆ ਕਿ ਇਸ ਵਿੱਚ ਕਿੰਨੇ ਲੋਕ ਜ਼ਖਮੀ ਹੋਏ ਨੇ। ਯੂਕਰੇਨ ਦੀ ਹਵਾਈ ਸੈਨਾ ਨੇ ਕਿਹਾ ਕਿ ਰੂਸ ਨੇ 24 ਫਰਵਰੀ ਨੂੰ ਜੰਗ ਸ਼ੁਰੂ ਹੋਣ ਤੋਂ ਬਾਅਦ 3000 ਤੋਂ ਵੱਧ ਮਿਜ਼ਾਈਲਾਂ ਦਾਗੀਆਂ। ਯੂਕਰੇਨ ਦੇ ਰਾਸ਼ਟਰਪਤੀ ਜ਼ੈਲੈਂਸਕੀ ਦਾ ਕਹਿਣਾ ਹੈ ਕਿ ਯੂਕਰੇਨ ਦੀ ਫੌਜ ਰੂਸ ਨੂੰ ਜੰਗ ਦੇ ਮੈਦਾਨ ਵਿੱਚ ਸਖਤ ਟੱਕਰ ਦੇ ਰਹੀ ਹੈ। ਰਾਸ਼ਟਰਪਤੀ ਨੇ ਇੱਕ ਵੀਡੀਓ ਸੰਦੇਸ਼ ਜਾਰੀ ਕਰਦਿਆਂ ਕਿਹਾ ਕਿ ਪੱਛਮੀ ਹਥਿਆਰਾਂ ਦੀ ਆਮਦ ਜੰਗ ਦੇ ਮੈਦਾਨ ਵਿੱਚ ਸਥਿਤੀ ਨੂੰ ਬਦਲ ਰਹੀ ਹੈ। ਯੂਕਰੇਨ ਦੀ ਫੌਜ ਹੁਣ ਰੂਸੀ ਫੌਜਾਂ ਦੇ ਕਬਜ਼ੇ ਵਾਲੇ ਇਲਾਕਿਆਂ ਨੂੰ ਖਾਲੀ ਕਰ ਰਹੀ ਹੈ। ਬੀਤੇ ਐਤਵਾਰ ਨੂੰ ਸਵੇਰੇ 3:30 ਦੇ ਕਰੀਬ ਟੋਰਾਂਟੋ ਡਾਊਨਟਾਊਨ ਦੇ 647 ਕਿੰਗ ਸਟਰੀਟ ਵੈਸਟ ਵਿਖੇ ਇੱਕ ਨਾਈਟ ਕਲੱਬ ਵਿੱਚ ਚੱਲੀ ਗੋਲੀ ਕਾਰਨ ਬਰੈਂਪਟਨ ਨਾਲ ਸੰਬੰਧਿਤ ਇੱਕ 26 ਸਾਲਾਂ ਦੇ ਪੰਜਾਬੀ ਨੌਜਵਾਨ ਜਿਸ ਦਾ ਨਾਮ ਪ੍ਰਦੀਪ ਬਰਾੜ ਦੱਸਿਆ ਜਾਂਦਾ ਹੈ ਉਸ ਦੀ ਮੌਤ ਦੀ ਖਬਰ ਆਈ ਹੈ ਸਾਹਮਣੇ। ਇਸ ਗੋਲੀकांड ਵਿੱਚ ਪ੍ਰਦੀਪ ਬਰਾੜ ਜ਼ਖਮੀ ਹੋ ਗਿਆ ਸੀ ਜਿਸ ਦੀ ਬਾਅਦ ਵਿੱਚ ਮੌਤ ਹੋ ਗਈ। ਪ੍ਰਦੀਪ ਬਰਾੜ ਦੇ ਨਾਲ 24 ਸਾਲਾਂ ਦੀ ਇੱਕ ਕੁੜੀ ਵੀ ਜ਼ਖਮੀ ਹੋਈ ਸੀ ਜਿਸ ਨੂੰ ਹੁਣ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ। ਪੁਲਿਸ ਨੇ ਹਾਲੇ ਵੀ ਕਿਸੇ ਸ਼ੱਕੀ ਦੇ ਬਾਰੇ ਖੁਲਾਸਾ ਨਹੀਂ ਕੀਤਾ ਅਤੇ ਮਾਮਲੇ ਦੀ ਤਫਤੀਸ਼ ਕੀਤੀ ਜਾ ਰਹੀ ਹੈ। ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਵਿੱਚ ਹੜ੍ਹ ਨੇ ਤਬਾਹੀ ਮਚਾਈ ਹੋਈ ਹੈ। ਕੈਨੇਡੀਅਨ ਐਮਰਜੈਂਸੀ ਤਿਆਰੀ ਬਾਰੇ ਮੰਤਰੀ ਬਿਲ ਬਲੇਅਰ ਨੇ ਸੋਮਵਾਰ ਨੂੰ ਬ੍ਰਿਟਿਸ਼ ਕੋਲੰਬੀਆ ਸੂਬੇ ਵਿੱਚ ਹੜ੍ਹ, ਜ਼ਮੀਨ ਖਿਸਕਣ ਅਤੇ ਤੂਫਾਨ ਤੋਂ ਬਚਾਅ ਦੇ ਯਤਨਾਂ ਵਿੱਚ ਸਹਾਇਤਾ ਲਈ ਪੇਸ਼ਗੀ ਅਦਾਇਗੀ ਦਾ ਐਲਾਨ ਕੀਤਾ। ਬਲੇਅਰ ਨੇ ਇੱਕ ਨਿਊਜ਼ ਰਿਲੀਜ਼ ਵਿੱਚ ਕਿਹਾ ਕਿ 870 ਮਿਲੀਅਨ ਕੈਨੇਡੀਅਨ ਡਾਲਰ ਤੋਂ ਵੱਧ ਦੀ ਅਗਾਊਂ ਅਦਾਇਗੀ ਜੰਗਲੀ ਅੱਗ ਰਿਕਵਰੀ ਦੇ ਯਤਨਾਂ ਦੇ ਸਮਰਥਨ ਵਿੱਚ 207 ਮਿਲੀਅਨ ਕੈਨੇਡੀਅਨ ਡਾਲਰ ਤੋਂ ਇਲਾਵਾ ਹੈ ਜੋ ਜੂਨ ਵਿੱਚ ਘੋਸ਼ਿਤ ਕੀਤੀ ਗਈ ਸੀ। ਸੂਬੇ ਵਿੱਚ ਵਿਨਾਸ਼ਕਾਰੀ ਹੜ੍ਹਾਂ ਅਤੇ ਜੰਗਲੀ ਅੱਗਾਂ ਤੋਂ ਬਾਅਦ ਬ੍ਰਿਟਿਸ਼ ਕੋਲੰਬੀਆ ਦੇ ਲੋਕ ਜਲਵਾਯੂ ਪਰਿਵਰਤਨ ਕਾਰਨ ਅਤਿਅੰਤ ਮੌਸਮ ਦੇ ਪ੍ਰਭਾਵਾਂ ਵਿੱਚ ਜੀ ਰਹੇ ਨੇ ਜਿਸ ਨਾਲ ਪਿਛਲੇ ਸਾਲ ਅੰਦਾਜ਼ਨ 9 ਬਿਲੀਅਨ ਕੈਨੇਡੀਅਨ ਡਾਲਰ ਤੋਂ ਵੱਧ ਨੁਕਸਾਨ ਹੋਇਆ ਸੀ। ਬ੍ਰਿਟਿਸ਼ ਕੋਲੰਬੀਆ ਤੇ ਫੈਡਰਲ ਮੰਤਰੀਆਂ ਦੀ ਕਮੇਟੀ ਦੀ ਅੰਤਿਮ ਮੀਟਿੰਗ ਦੀ ਸਮਾਪਤੀ ਕਰਦੇ ਹੋਏ ਬਲੇਅਰ ਨੇ ਕਿਹਾ ਕਿ ਜਲਵਾਯੂ ਪਰਿਵਰਤਨ ਕੈਨੇਡਾ ਭਰ ਦੇ ਭਾਈਚਾਰਿਆਂ ਨੂੰ ਖਤਰੇ ਵਿੱਚ ਪਾ ਰਿਹਾ ਅਤੇ ਸਾਨੂੰ ਕੁਦਰਤੀ ਆਫਤਾਂ ਅਤੇ ਅਤਿਅੰਤ ਮੌਸਮੀ ਘਟਨਾਵਾਂ ਨੂੰ ਰੋਕਣ ਲਈ ਤਿਆਰੀ ਕਰਦੇ ਹੋਏ ਆਪਣੀਆਂ ਭਾਈਵਾਲਿਆਂ ਨੂੰ ਮਜ਼ਬੂਤੀ ਦੀ ਲੋੜ ਹੈ। ਡਿਜ਼ਾਸਟਰ ਰਿਸਪੌਂਸ ਐਂਡ ਕਲਾਈਮੇਟ ਰਿਲੀਜ਼ੈਂਸ ਜੋ ਪਿਛਲੇ ਸਾਲ ਨਵੰਬਰ ਵਿੱਚ ਸਥਾਪਿਤ ਕੀਤੀ ਗਈ ਸੀ, ਭੁਗਤਾਨਾਂ ਤੋਂ ਇਲਾਵਾ
ਕੈਨੇਡਾ ਅਤੇ ਬ੍ਰਿਟਿਸ਼ ਕੋਲੰਬੀਆ ਦੀਆਂ ਸਰਕਾਰਾਂ ਤੇ ਫਰਸਟ ਨੇਸ਼ਨਜ਼ ਲੀਡਰਸ਼ਿਪ ਕੌਂਸਲ ਐਮਰਜੈਂਸੀ ਪ੍ਰਬੰਧਨ ਤੇ ਇੱਕ ਤਿਕੋਣੀ ਸਮਝੌਤਾ ਬਣਾਉਣ ਲਈ ਕੰਮ ਕਰ ਰਹੀਆਂ ਨੇ। ਰਿਲੀਜ਼ ਵਿੱਚ ਕਿਹਾ ਗਿਆ ਹੈ ਕਿ ਇਹ ਸਮਝੌਤਾ ਭਵਿੱਖ ਵਿੱਚ ਜਲਵਾਯੂ ਨਾਲ ਸੰਬੰਧਿਤ ਆਫਤਾਵਾਂ ਦਾ ਜਵਾਬ ਦੇਣ ਲਈ ਅਤੇ ਉਹਨਾਂ ਤੋਂ ਉਭਰਨ ਲਈ ਫਰਸਟ ਨੇਸ਼ਨਜ਼ ਦੀ ਸਮਰੱਥਾ ਨੂੰ ਮਜ਼ਬੂਤ ਕਰੇਗਾ। ontario ਵਿੱਚ ਲਾਇਸੈਂਸ ਪਲੇਟ ਨਵਿਆਉਣ ਦੀ ਫੀਸ ਮਾਫ ਕੀਤੇ ਜਾਣ ਮਗਰੋਂ ਕਈ ਲੋਕ ਅਵੇਸਲੇ ਹੋ ਗਏ ਨੇ ਅਤੇ ਇਹਨਾਂ ਨੂੰ ਨਵਿਆਉਣਾ ਹੀ ਬੰਦ ਕਰ ਦਿੱਤਾ। ਪੁਲਿਸ ਵੱਲੋਂ ਲੋਕਾਂ ਨੂੰ ਸੱਦਾ ਦਿੱਤਾ ਗਿਆ ਹੈ ਕਿ ਲਾਇਸੈਂਸ ਪਲੇਟ ਨਵਿਆਉਣ ਦੀ ਸਿਰਫ ਫੀਸ ਮਾਫ ਕੀਤੀ ਗਈ ਹੈ, ਇਹ ਪ੍ਰਕਿਰਿਆ ਬੰਦ ਨਹੀਂ ਹੋਈ। ਇਸ ਲਈ ਮਿਆਦ ਲੰਘਣ ਤੋਂ ਪਹਿਲਾਂ ਹਰ ਡਰਾਈਵਰ ਆਪਣੀ ਲਾਇਸੈਂਸ ਪਲੇਟ ਲਾਜ਼ਮੀ ਤੌਰ ਤੇ ਰੀਨਿਊ ਕਰਵਾ ਲਵੇ। ontario ਪ੍ਰੋਵਿੰਸ਼ੀਅਲ ਪੁਲਿਸ ਦੇ ਸਾਰਜੈਂਟ ਕੈਰੀ ਸ਼ਮਿਡ ਵੱਲੋਂ ਟਵਿੱਟਰ ਰਾਹੀਂ ਇੱਕ ਵੀਡੀਓ ਜਾਰੀ ਕਰਦਿਆਂ ਕਿਹਾ ਗਿਆ ਕਿ ਸੂਬੇ ਵਿੱਚ ਬਗੈਰ ਰਜਿਸਟ੍ਰੇਸ਼ਨ ਵਾਲੀਆਂ ਗੱਡੀਆਂ ਦੀ ਗਿਣਤੀ ਵਧਦੀ ਜਾ ਰਹੀ ਹੈ, ਜੋ ਬਿਲਕੁਲ ਵੀ ਸਹੀ ਨਹੀਂ ਹੈ। ਕੈਨੇਡਾ ਦੇ ontario ਸੂਬੇ ਦੀਆਂ ਦੋ ਵੱਡੀਆਂ ਪਾਰਟੀਆਂ ਵਿਧਾਨ ਸਭਾ ਚੋਣਾਂ ਵਿੱਚ ਮਿਲੀ ਕਰਾਰੀ ਹਾਰ ਦੇ ਸਦਮੇ ਵਿੱਚੋਂ ਅੱਜ ਤੱਕ ਬਾਹਰ ਨਹੀਂ ਨਿਕਲ ਸਕੀਆਂ। ਇਸ ਦੇ ਚੱਲਦੇ ਹੀ ਐਨਡੀਪੀ ਤੇ ਲਿਬਰਲ ਦੋਵਾਂ ਨੇ ਹੁਣ ਤੱਕ ਆਪਣਾ ਨਵਾਂ ਨੇਤਾ ਨਹੀਂ ਚੁਣਿਆ। ਬੇਸ਼ੱਕ ਐਨਡੀਪੀ ਨੇ ਤਾਂ ਮਾਰਚ 2023 ਦੇ ਸ਼ੁਰੂ ਵਿੱਚ ਆਪਣਾ ਨਵਾਂ ਲੀਡਰ ਚੁਣਨ ਦਾ ਐਲਾਨ ਕਰ ਦਿੱਤਾ ਹੈ, ਪਰ ਲਿਬਰਲ ਪਾਰਟੀ ਨੇ ਅਜੇ ਵੀ ਇਸ ਮੁੱਦੇ ਤੇ ਚੁੱਪੀ ਵੱਟੀ ਹੋਈ ਹੈ। ਦਰਅਸਲ ontario ਵਿੱਚ ਹਾਲ ਹੀ ਵਿੱਚ ਵਿਧਾਨ ਸਭਾ ਚੋਣਾਂ ਹੋਈਆਂ ਸਨ, ਜਿਨ੍ਹਾਂ ਵਿੱਚ ਵੱਡੀ ਜਿੱਤ ਹਾਸਲ ਕਰਦਿਆਂ ਡਗ ਫੋਰਡ ਦੀ ਪੀਸੀ ਪਾਰਟੀ ਦੁਆਰਾ ਸੱਤਾ ਵਿੱਚ ਪਰਤ ਆਈ, ਜਦਕਿ ਸੂਬੇ ਦੀਆਂ ਦੋ ਵੱਡੀਆਂ ਪਾਰਟੀਆਂ ਐਨਡੀਪੀ ਅਤੇ ਲਿਬਰਲ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਕਾਰਨ ਹਾਰ ਦੀ ਜ਼ਿੰਮੇਵਾਰੀ ਲੈਂਦਿਆਂ ਲੰਬਾ ਸਮਾਂ ਐਨਡੀਪੀ ਦੀ ਲੀਡਰ ਰਾਹੀਂ ਐਂਡਰੀਆ ਹੌਰਥ ਨੇ ਬੀਤੀ 2 ਜੂਨ ਨੂੰ ਅਸਤੀਫਾ ਦੇ ਦਿੱਤਾ। ਪਾਕਿਸਤਾਨ ਦੇ ਪੰਜਾਬ ਸੂਬੇ ਵਿੱਚ ਵਿਧਾਨ ਸਭਾ ਦੀਆਂ ਹੋਈਆਂ ਜ਼ਿਮਨੀ ਚੋਣਾਂ ਵਿੱਚ ਇਮਰਾਨ ਖਾਨ ਦੀ ਅਗਵਾਈ ਵਾਲੀ ਪਾਰਟੀ ਪੀਟੀਆਈ ਦੀ ਜਿੱਤ ਨੇ ਉਸ ਨੂੰ ਸੰਜੀਵਨੀ ਦੇ ਦਿੱਤੀ ਹੈ। ਉੱਥੇ ਪੀਐਮ ਸ਼ਾਹਬਾਜ਼ ਸ਼ਰੀਫ ਲਈ ਇੱਕ ਵੱਡਾ ਝਟਕਾ ਹੈ। ਨਤੀਜੇ ਤੋਂ ਉਤਸ਼ਾਹ ਸਾਬਕਾ ਪੀਐਮ ਇਮਰਾਨ ਖਾਨ ਦੇ ਹੁਣ ਦੇਸ਼ ਵਿੱਚ ਆਮ ਚੋਣਾਂ ਦੀ ਮੰਗ ਕੀਤੀ ਹੈ। ਸੁਪਰੀਮ ਕੋਰਟ ਦੇ ਹੁਕਮ ਤੇ ਹੁਣ 22 ਜੁਲਾਈ ਨੂੰ ਪੰਜਾਬ ਦੇ ਮੁੱਖ ਮੰਤਰੀ ਅਹੁਦੇ ਦੀ ਚੋਣ ਹੋਏਗੀ। ਇਸ ਵਿੱਚ ਪੀਟੀਆਈ ਪੀਐਮਐਲਕਿਊ ਦੇ ਸਾਂਝੇ ਉਮੀਦਵਾਰ ਚੌਧਰੀ ਪਰਵੇਜ਼ ਇਲਾਹੀ ਦਾ ਮੁੱਖ ਮੰਤਰੀ ਚੁਣਿਆ ਜਾਣਾ ਲਗਭਗ ਤੈਅ ਹੈ। ਇਸ ਤੋਂ ਪਹਿਲਾਂ ਕੋਰਟ ਨੇ ਪੀਐਮ ਸ਼ਾਹਬਾਜ਼ ਸ਼ਰੀਫ ਦੇ ਬੇਟੇ ਹਮਜ਼ਾ ਸ਼ਾਹਬਾਜ਼ ਦੇ ਪੰਜਾਬ ਦੇ ਮੁੱਖ ਮੰਤਰੀ ਅਹੁਦੇ ਦੀ ਚੋਣ ਨੂੰ ਰੱਦ ਕਰ ਦਿੱਤਾ ਸੀ। ਅਣਅਧਿਕਾਰਕ ਚੋਣ ਨਤੀਜਿਆਂ ਮੁਤਾਬਕ 20 ਸੀਟਾਂ ਤੇ ਹੋਈਆਂ ਜ਼ਿਮਨੀ ਚੋਣਾਂ ਵਿੱਚ ਪਾਕਿਸਤਾਨ ਤਹਿਰੀਕ-ਏ-ਇਨਸਾਫ ਪਾਰਟੀ ਨੂੰ 16 ਜਦਕਿ ਪੀਐਮ ਸ਼ਾਹਬਾਜ਼ ਦੀ ਪਾਰਟੀ ਪਾਕਿਸਤਾਨ ਮੁਸਲਿਮ ਲੀਗ ਨਾਵੀਜ਼ ਨੂੰ ਸਿਰਫ 3 ਅਤੇ 1 ਸੀਟ ਤੇ ਆਜ਼ਾਦ ਉਮੀਦਵਾਰ ਦੀ ਜਿੱਤ ਹੋਈ ਹੈ। ਪੀਟੀਆਈ ਮੁਖੀ ਇਮਰਾਨ ਖਾਨ ਨੇ ਜਿੱਤ ਤੇ ਕਿਹਾ ਕਿ ਹੁਣ ਪੀਐਮ ਸ਼ਾਹਬਾਜ਼ ਦੇ ਕੋਲ ਦੇਸ਼ ਵਿੱਚ ਤਾਜ਼ਾ ਆਮ ਚੋਣਾਂ ਕਰਵਾਉਣ ਤੋਂ ਇਲਾਵਾ ਕੋਈ ਬਦਲ ਨਹੀਂ ਹੈ, ਇਸ ਲਈ ਮੁਲਕ ਵਿੱਚ ਜਲਦੀ ਤੋਂ ਜਲਦੀ ਚੋਣਾਂ ਕਰਵਾਉਣੀਆਂ ਚਾਹੀਦੀਆਂ ਨੇ। ਉੱਥੇ ਪੀਐਮ ਸ਼ਾਹਬਾਜ਼ ਸ਼ਰੀਫ ਨੇ ਸੋਮਵਾਰ ਨੂੰ ਨਤੀਜੇ ਤੇ ਆਪਣੀ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਆਈਐਮਐਫ ਦੇ ਦਬਾਅ ਵਿੱਚ ਸਖਤ ਫੈਸਲੇ ਲੈਣ ਦੇ ਕਾਰਨ ਪੰਜਾਬ ਵਿੱਚ ਹੋਈਆਂ ਜ਼ਿਮਨੀ ਚੋਣਾਂ ਵਿੱਚ ਪਾਰਟੀ ਦੀ ਹਾਰ ਹੋਈ ਹੈ। ਕਬੂਤਰਬਾਜ਼ੀ ਮਾਮਲੇ ਵਿੱਚ 2 ਸਾਲ ਦੀ ਸਜ਼ਾ ਹੋਣ ਤੋਂ ਬਾਅਦ ਜੇਲ੍ਹ ਵਿੱਚ ਬੰਦ ਪ੍ਰਸਿੱਧ ਗਾਇਕ ਦਲੇਰ ਮਹਿੰਦੀ ਨੇ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕਰਕੇ ਫੈਸਲੇ ਨੂੰ ਚੁਣੌਤੀ ਦਿੱਤੀ ਹੈ। ਜ਼ਿਕਰਯੋਗ ਹੈ ਕਿ ਕਬੂਤਰਬਾਜ਼ੀ ਦੇ 19 ਸਾਲ ਪੁਰਾਣੇ ਮਾਮਲੇ ਵਿੱਚ ਪਟਿਆਲਾ ਦੀ ਹੇਠਲੀ ਅਦਾਲਤ ਨੇ ਦਲੇਰ ਮਹਿੰਦੀ ਨੂੰ ਦੋਸ਼ੀ ਕਰਾਰ ਦਿੰਦੇ ਹੋਏ ਸਾਲ 2018 ਵਿੱਚ 2 ਸਾਲ ਦੀ ਸਜ਼ਾ ਸੁਣਾਈ ਸੀ। ਸਜ਼ਾ ਦੇ ਇਸ ਫੈਸਲੇ ਦੇ ਖਿਲਾਫ ਦਲੇਰ ਮਹਿੰਦੀ ਨੇ ਪਟਿਆਲਾ ਦੇ ਵਧੀਕ ਸੈਸ਼ਨ ਜੱਜ ਦੇ ਸਾਹਮਣੇ ਅਪੀਲ ਦਾਇਰ ਕਰਕੇ ਚੁਣੌਤੀ ਦਿੱਤੀ ਸੀ। ਇਸ ਦੇ ਬਾਅਦ ਸੈਸ਼ਨ ਕੋਰਟ ਨੇ ਵੀ ਹੇਠਲੀ ਅਦਾਲਤ ਦੇ ਫੈਸਲੇ ਨੂੰ ਬਰਕਰਾਰ ਰੱਖਦੇ ਹੋਏ ਉਹਨਾਂ ਦੀ ਅਪੀਲ ਨੂੰ ਖਾਰਜ ਕਰ ਦਿੱਤਾ ਸੀ, ਜਿਸ ਦੇ ਖਿਲਾਫ ਦਲੇਰ ਮਹਿੰਦੀ ਨੇ ਹੁਣ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਰਿਵੀਜ਼ਨ ਪਟੀਸ਼ਨ ਦਾਇਰ ਕਰਦੇ ਹੋਏ ਚੁਣੌਤੀ ਦਿੱਤੀ ਹੈ ਤੇ ਪਟੀਸ਼ਨ ਨੂੰ ਹਾਈ ਕੋਰਟ ਵਿੱਚ ਵਿਚਾਰ ਅਧੀਨ ਰਹਿਣ ਤੱਕ ਉਹਨਾਂ ਨੂੰ ਸੁਣਾਈ ਗਈ ਸਜ਼ਾ ਤੇ ਰੋਕ ਲਗਾਏ ਜਾਣ ਦੀ ਵੀ ਮੰਗ ਕੀਤੀ ਹੈ। ਦਲੇਰ ਮਹਿੰਦੀ ਇਸ ਸਮੇਂ ਪਟਿਆਲਾ ਜੇਲ੍ਹ ਵਿੱਚ ਬੰਦ ਨੇ। ਅਮਰੀਕੀ ਅਦਾਕਾਰਾ ਤੇ ਗਾਇਕ ਜੈਨੀਫਰ ਲੋਪੇਜ਼ ਨੇ ਅਦਾਕਾਰ ਬੈਨ ਐਫਲੇਕ ਨਾਲ ਵਿਆਹ ਕਰਵਾ ਲਿਆ। ਦੋਵਾਂ ਨੇ 20 ਸਾਲ ਪਹਿਲਾਂ 2002 ਵਿੱਚ ਮੰਗਣੀ ਕਰਵਾਈ ਸੀ। ਲੋਪੇਜ਼ ਨੇ ਆਪਣੀ ਵੈਬਸਾਈਟ ਔਨ ਦਾ ਜ਼ੈਲੋਏ ਜਾਣਕਾਰੀ ਦਿੱਤੀ ਹੈ। ਲੋਪੇਜ਼ ਨੇ ਦੱਸਿਆ ਕਿ ਉਸਦੇ ਅਤੇ ਐਫਲੈਕ ਦੇ ਬੱਚਿਆਂ ਦੀ ਮੌਜੂਦਗੀ ਵਿੱਚ ਲਾਸ ਵੇਗਸ ਤੇ ਲਿਟਲ ਵਾਈਟ ਵੈਂਡਿੰਗ ਚੈਪਲ ਦੋਵਾਂ ਨੇ ਵਿਆਹ ਕਰਵਾਇਆ। ਜੇਲ੍ਹਾਂ ਵਿੱਚ ਨਸ਼ਿਆਂ ਨੂੰ ਰੋਕਣ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸੂਬੇ ਦੀਆਂ ਸਾਰੀਆਂ ਜੇਲ੍ਹਾਂ ਵਿੱਚ ਬੰਦ ਮੁਲਜ਼ਮਾਂ ਦੇ ਡੋਪ ਟੈਸਟ ਕਰਵਾਏ ਜਾ ਰਹੇ ਨੇ। ਪਹਿਲੇ ਪੜਾਅ ਵਿੱਚ ਨਾਭਾ, ਮਾਨਸਾ, ਬਰਨਾਲਾ, ਅੰਮ੍ਰਿਤਸਰ, ਮਲੇਰਕੋਟਲਾ, ਫਾਜ਼ਿਲਕਾ, ਹੁਸ਼ਿਆਰਪੁਰ ਦੀਆਂ ਜੇਲ੍ਹਾਂ ਵਿੱਚ ਬੰਦ ਕੈਦੀਆਂ ਅਤੇ ਹਵਾਲਾਤੀਆਂ ਦੇ ਡੋਪ ਟੈਸਟ ਕੀਤੇ ਗਏ ਨੇ। ਹਾਲਾਂਕਿ ਇਹ ਅਜੇ ਸਪਸ਼ਟ ਨਹੀਂ ਹੈ ਕਿ ਇਹਨਾਂ ਵਿੱਚੋਂ ਕਿੰਨੇ ਨੈਗੇਟਿਵ ਅਤੇ ਕਿੰਨੇ ਪੋਜ਼ਿਟਿਵ ਪਾਏ ਗਏ ਨੇ। ਏਡੀਜੀਪੀ ਜੇਲ੍ਹ ਹਰਪ੍ਰੀਤ ਸਿੰਘ ਸਿੱਧੂ ਨੇ ਜੇਲ੍ਹਾਂ ਵਿੱਚ ਬੰਦ ਕੈਦੀਆਂ ਤੇ ਹਵਾਲਾਤੀਆਂ ਦੇ ਡੋਪ ਟੈਸਟ ਕਰਵਾਉਣ ਦੀ ਪੁਸ਼ਟੀ ਕੀਤੀ ਹੈ। ਇਸ ਦੇ ਨਾਲ ਹੀ 23 ਅਤੇ 24 ਜੁਲਾਈ ਨੂੰ ਬਠਿੰਡਾ ਦੀ ਕੇਂਦਰੀ ਜੇਲ੍ਹ ਵਿੱਚ ਬੰਦ ਕੈਦੀਆਂ ਤੇ ਹਵਾਲਾਤੀਆਂ ਦੇ ਡੋਪ ਟੈਸਟ ਹੋਏਗਾ। ਇਸ ਲਈ ਸਿਵਲ ਸਰਜਨ ਦਫ਼ਤਰ ਦੀ ਟੀਮ ਵਿਸ਼ੇਸ਼ ਤੌਰ ਤੇ ਤਿਆਰ ਕੀਤੀ ਗਈ ਹੈ, ਜੋ ਕਿ ਜੇਲ੍ਹ ਦੇ ਅੰਦਰ ਜਾ ਕੇ ਕੈਦੀਆਂ ਤੇ ਹਵਾਲਾਤੀਆਂ ਦਾ ਡੋਪ ਟੈਸਟ ਕਰੇਗਾ।
ਬਠਿੰਡਾ ਜੇਲ੍ਹ ਵਿੱਚ 2000 ਦੇ ਕਰੀਬ ਹਵਾਲਾਤੀ ਤੇ ਕੈਦੀ ਬੰਦ ਨੇ। ਇਸ ਜੇਲ੍ਹ ਵਿੱਚ 66 ਦੇ ਕਰੀਬ ਵੱਡੇ ਗੈਂਗਸਟਰ ਵੀ ਨੇ ਜੋ ਕਿ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਨਾਲ ਸੰਬੰਧਿਤ ਹਨ। ਜੇਲ੍ਹ ਵਿੱਚ ਖਤਰਨਾਕ ਗੈਂਗਸਟਰਾਂ ਨੂੰ ਹਾਈ ਸਿਕਿਉਰਿਟੀ ਜ਼ੋਨ ਵਿੱਚ ਰੱਖਿਆ ਗਿਆ ਹੈ। ਸੂਤਰਾਂ ਨੇ ਦੱਸਿਆ ਕਿ ਜੇਲ੍ਹ ਵਿੱਚ ਬੰਦ ਸਾਰੇ ਗੈਂਗਸਟਰਸ ਦਾ ਡੋਪ ਟੈਸਟ ਵੀ ਹੋਏਗਾ। ਇਸ ਲਈ ਜੇਲ੍ਹ ਪ੍ਰਸ਼ਾਸਨ ਵੱਲੋਂ ਪੂਰੀ ਤਿਆਰੀ ਕਰ ਲਈ ਗਈ ਹੈ। 23 ਅਤੇ 24 ਜੁਲਾਈ ਨੂੰ ਜਦੋਂ ਸਿਵਲ ਹਸਪਤਾਲਾਂ ਦੀਆਂ ਟੀਮਾਂ ਵੱਲੋਂ ਜੇਲ੍ਹ ਵਿੱਚ ਬੰਦ ਮੁਲਜ਼ਮਾਂ ਦਾ ਡੋਪ ਟੈਸਟ ਕੀਤਾ ਜਾਏਗਾ ਤਾਂ ਜੇਲ੍ਹ ਅੰਦਰ ਪੰਜਾਬ ਪੁਲਿਸ ਦੀ ਸੁਰੱਖਿਆ ਸਖਤ ਕਰ ਦਿੱਤੀ ਜਾਏਗੀ। ਸੂਤਰਾਂ ਮੁਤਾਬਕ ਪੰਜਾਬ ਸਰਕਾਰ ਜੇਲ੍ਹਾਂ ਵਿੱਚ ਬੰਦ ਨਸ਼ੇੜੀਆਂ ਦੀ ਪਛਾਣ ਕਰਨ ਲਈ ਡੋਪ ਟੈਸਟ ਕਰਵਾ ਰਹੀ ਹੈ ਤਾਂ ਜੋ ਉਹਨਾਂ ਦਾ ਇਲਾਜ ਕੀਤਾ ਜਾ ਸਕੇ। ਪੰਜਾਬ ਸਰਕਾਰ ਦੇ ਇਸ ਕਦਮ ਨਾਲ ਸੂਬੇ ਦੀਆਂ ਜੇਲ੍ਹਾਂ ਨਸ਼ਾ ਮੁਕਤ ਹੋ ਜਾਣਗੀਆਂ ਤੇ ਜੇਲ੍ਹ ਪ੍ਰਸ਼ਾਸਨ ਵੱਲੋਂ ਜੇਲ੍ਹਾਂ ਵਿੱਚ ਨਸ਼ਿਆਂ ਨੂੰ ਨਾ ਰੋਕਣ ਦੇ ਲਾਏ ਜਾ ਰਹੇ ਦੋਸ਼ਾਂ ਤੋਂ ਜੇਲ੍ਹ ਪ੍ਰਸ਼ਾਸਨ ਨੂੰ ਰਾਹਤ ਮਿਲੇਗੀ। ਪੰਜਾਬ ਵਿੱਚ ਪਿਛਲੇ 2 ਦਿਨਾਂ ਤੋਂ ਤੇਜ਼ ਧੁੱਪ ਅਤੇ ਹੁਮਸ ਨੇ ਲੋਕਾਂ ਦਾ ਬੁਰਾ ਹਾਲ ਕਰ ਦਿੱਤਾ। ਹਾਲਾਂਕਿ ਹੁਣ ਮੌਨਸੂਨ ਪੂਰੀ ਤਰ੍ਹਾਂ ਸਰਗਰਮ ਹੋਣ ਕਰਕੇ ਮੰਗਲਵਾਰ ਤੋਂ 3 ਦਿਨਾਂ ਤੱਕ ਪੰਜਾਬ 'ਚ ਭਾਰੀ ਮੀਂਹ ਦੀ ਚੇਤਾਵਨੀ ਮਿਲ ਗਈ ਹੈ। ਮੌਸਮ ਵਿਭਾਗ ਚੰਡੀਗੜ੍ਹ ਨੇ ਔਰੇਂਜ ਅਲਰਟ ਜਾਰੀ ਕੀਤਾ ਹੈ। ਪੂਰਵਾਨੁਮਾਨ ਮੁਤਾਬਕ ਮੰਗਲਵਾਰ ਨੂੰ ਕੁਝ ਜ਼ਿਲ੍ਹਿਆਂ 'ਚ ਭਾਰੀ ਮੀਂਹ ਪੈ ਸਕਦਾ ਹੈ ਜਦਕਿ ਬੁੱਧਵਾਰ ਅਤੇ ਵੀਰਵਾਰ ਨੂੰ ਪੂਰੇ ਸੂਬੇ ਵਿੱਚ ਭਾਰੀ ਬਾਰਿਸ਼ ਹੋਣ ਦੇ ਆਸਾਰ ਨੇ। ਖੇਤੀ ਮਾਹਿਰਾਂ ਨੇ ਵੀ ਕਿਸਾਨਾਂ ਨੂੰ ਸੁਚੇਤ ਰਹਿਣ ਲਈ ਕਿਹਾ। ਮਾਹਿਰਾਂ ਨੇ ਕਿਸਾਨਾਂ ਨੂੰ ਕਿਹਾ ਕਿ ਜੇਕਰ ਤੇਜ਼ ਮੀਂਹ ਪੈਂਦਾ ਹੈ ਤਾਂ ਸਬਜ਼ੀਆਂ ਤੇ ਨਰਮੇ ਦੇ ਖੇਤਾਂ ਵਿੱਚ ਪਾਣੀ ਖੜਾ ਨਾ ਹੋਣ ਦਿਓ। ਇਸ ਨਾਲ ਫਸਲ ਨੂੰ ਨੁਕਸਾਨ ਹੋ ਸਕਦਾ ਹੈ। 22 ਜੁਲਾਈ ਤੱਕ ਫਸਲਾਂ ਤੇ ਕਿਸੇ ਕਿਸਮ ਦੀ ਕੀਟਨਾਸ਼ਕ ਹੋਰ ਦਵਾਈਆਂ ਦਾ ਛਿੜਕਾਅ ਨਾ ਕਰੋ। ਮੌਸਮ ਵਿਭਾਗ ਮੁਤਾਬਕ ਦੁਪਹਿਰ 1 ਵਜੇ ਤੋਂ ਬਾਅਦ ਲੁਧਿਆਣਾ ਸ਼ਹਿਰ ਵਿੱਚ ਬੱਦਲਾਂ ਦੀ ਐਂਟਰੀ ਹੋਣ ਦੀ ਸੰਭਾਵਨਾ ਸੀ। ਕੁਝ ਸਮੇਂ ਬੱਦਲ ਪੂਰੇ ਸ਼ਹਿਰ ਨੂੰ ਘੇਰਨ ਦੀ ਸੰਭਾਵਨਾ ਵੀ ਸੀ। ਇਹ ਸਨ ਹੁਣ ਤੱਕ ਦੀਆਂ ਖਬਰਾਂ। ਮੈਨੂੰ ਵਰੁਣ ਕੌਰ ਮਾਨੂ ਦਿਵਾ ਗਿਆ। ਹੋਰ ਖਬਰਾਂ ਦੇ ਲਈ ਸਾਡਾ YouTube ਚੈਨਲ ਪੰਜਾਬ ਡੇਲੀ ਯੂਐਸਏ ਟੀਵੀ ਜ਼ਰੂਰ ਸਬਸਕ੍ਰਾਈਬ ਕਰੋ। ਸਤਿ ਸ਼੍ਰੀ ਅਕਾਲ।